ਸਾਹਿਬ ਸ੍ਰੀ ਗੁਰੂ ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣਯੋਗ ਸਿੰਘ ਸਾਹਿਬ ਗਿਆਨੀ ਅਰਨਜੀਤ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਅੱਜ ਵਾਲਾ ਪਾਵਨ ਸ਼ਬਦ ਜੋ ਲੜੀਵਾਰ ਕਥਾ ਚੱਲ ਰਹੀ ਹੈ, ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਰਵਣ ਕਰਵਾਇਆ ਹੈ। ਇੱਕ ਉਹਨਾਂ ਨੇ ਸਾਨੂੰ ਸਾਰੇ ਖਾਲਸਾ ਪੰਥ ਨੂੰ ਇੱਕ ਅਪੀਲ ਵੀ ਕੀਤੀ ਹੈ, ਜਿਸ ਅਪੀਲ ਵੱਲ ਸਾਨੂੰ ਹਰੇਕ ਗੁਰੂ ਸਾਹਿਬ ਦੇ ਸਿੱਖ ਨੂੰ ਬੜੀ ਤਵੱਜੋ ਦੇਣ ਦੀ ਲੋੜ ਹੈ। ਜਨਮ ਤੋਂ ਲੈ ਕੇ ਮਰਨ ਤੱਕ ਗੁਰੂ ਕੇ ਸਿੱਖ ਦੇ ਸਾਰੇ ਕਾਰਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਿਆਦਾ ਮੁਤਾਬਕ ਹੋਣੇ ਚਾਹੀਦੇ ਨੇ। ਮੇਰਾ ਖਿਆਲ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਜੇ ਸਿੰਘ ਸਾਹਿਬ ਜੀ ਹੋਰਾਂ ਨੇ ਇਹ ਬੇਨਤੀ ਕੀਤੀ ਹੈ ਜਾਂ ਅੱਗੇ ਵੀ ਹਰ ਰੋਜ਼ ਬੇਨਤੀ ਕਰਦੇ ਨੇ, ਉਹਨਾਂ ਦਾ ਭਾਵ, ਉਹਨਾਂ ਦਾ ਮਨੋਰਥ ਇੱਕੋ ਹੀ ਹੋਏਗਾ। ਰਾਜਨੀਤਿਕ ਤੌਰ 'ਤੇ ਵੰਡੇ ਜਾਣਾ ਨੁਕਸਾਨ ਤੇ ਹੁੰਦਾ ਹੈ, ਪਰ ਸਭ ਤੋਂ ਵੱਡਾ ਨੁਕਸਾਨ ਕਿਸੇ ਕੌਮ ਦਾ ਉਦੋਂ ਹੁੰਦਾ ਹੈ ਜਦੋਂ ਉਹ ਕੌਮ ਧਾਰਮਿਕ ਤੌਰ 'ਤੇ ਵੰਡੀ ਜਾਏ। ਇੱਕ ਮਰਿਆਦਾ ਦੇ ਹੇਠ ਨਾ ਆਉਣ ਕਰਕੇ ਜੋ ਅਜੇ ਤੱਕ ਸਾਡੇ ਪੰਥ ਨੇ ਸੰਤਾਪ ਭੋਗੇ ਨੇ ਜਾਂ ਹੁਣ ਭੋਗ ਰਿਹਾ ਹੈ, ਅਗਾਂਹ ਤੋਂ ਇਹ ਸਾਨੂੰ ਸੰਤਾਪ ਨਾ ਭੋਗਣੇ ਪੈਣ। ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰਾ ਤਾਂ ਇਹੀ ਖਿਆਲ ਹੈ ਕਿ ਸਿੰਘ ਸਾਹਿਬ ਜੀ ਇਸੇ ਕਰਕੇ ਬੇਨਤੀ ਕਰਦੇ ਨੇ ਹਰ ਰੋਜ਼। ਚਲੋ ਖੈਰ, ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ, ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ, ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਖੇਚਲ ਦਿਆਂਗਾ, ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ, ਅੱਜ ਦਾ ਜੋ ਸ਼ਬਦ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਵੇਂ ਸਿੰਘ ਸਾਹਿਬ ਜੀ ਹੋਰਾਂ ਦੱਸਿਆ ਹੈ, ਪਾਵਨ ਪਵਿੱਤਰ ਅੰਗ 242 ਤੋਂ ਆਰੰਭ ਹੋ ਕੇ 243 ਤੇ ਸਮਾਪਤ ਹੁੰਦਾ ਹੈ। ਸ੍ਰੀ ਗੁਰੂ ਮਹਾਰਾਜ ਗਰੀਬ ਨਵਾਜ਼ ਹਜ਼ੂਰ ਕਹਿੰਦੇ ਨੇ, ਇੱਕ ਓੰਕਾਰ, ਉਹ ਪਰਮੇਸ਼ਰ ਇੱਕ ਹੈ। ਸਤਨਾਮ ਉਹਦਾ ਨਾਮ ਸਦਾ ਹੋਂਦ ਵਾਲਾ ਹੈ, ਉਹੀ ਹੈ ਸਦਾ ਰਹਿਣ ਵਾਲਾ। ਕਰਤਾ ਪੁਰਖ ਸਭ ਕੁਝ ਦਾ ਕਰਤਾ ਹੈ, ਸਭ ਕੁਝ ਦਾ ਕਰਨਹਾਰ ਹੈ।
ਪੁਰਖ ਤੋਂ ਭਾਵ ਹੈ ਉਹ ਪਰਮੇਸ਼ਰ ਜਗਤ ਦੀ ਰਚਨਾ ਕਰਕੇ ਇਹਦੇ ਵਿੱਚ ਵਿਆਪਕ ਹੈ। ਗੁਰ ਪ੍ਰਸਾਦ ਗੁਰੂ ਜੀ ਦੀ ਕਿਰਪਾ ਨਾਲ ਹੀ ਉਹਦੇ ਨਾਲ ਸਾਡਾ ਮਿਲਾਪ ਹੁੰਦਾ ਹੈ ਤੇ ਉਹਦਾ ਸਾਨੂੰ ਮੇਲ ਹੁੰਦਾ ਹੈ। ਰਾਗ ਗੌੜੀ ਪੂਰਬੀ ਹੈ। ਸ਼ੰਤ ਦੇ ਸਰਲੇਖ ਹੇਠ ਹਜ਼ੂਰ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਮਹੱਲਾ ਪਹਿਲਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ। ਪਹਿਲੀ ਪੰਕਤੀ ਵਿੱਚ ਹਜ਼ੂਰ ਕਹਿੰਦੇ ਨੇ, ਮੁੰਦ ਰਹਿਣ ਦੇਹ ਲੜੀਆ ਜੀਓ ਨੀਂਦ ਨਾ ਆਵੇ। ਸਾਧ ਸੰਗਤ ਦੁਨੀਆ ਦਾ ਹਰ ਬੰਦਾ ਸੁਖ ਚਾਹੁੰਦਾ ਹੈ, ਭਾਵੇਂ ਕੋ ਅਮੀਰ ਹੈ, ਗਰੀਬ ਹੈ, ਹਕੀਮ ਹੈ, ਰੋਗੀ ਹੈ। ਦੁਨੀਆ ਦੇ ਹਰ ਮਨੁੱਖ ਦੀ ਕੋਸ਼ਿਸ਼ ਹੈ ਮੈਨੂੰ ਸੁਖ ਮਿਲੇ। ਧੰਨ ਧੰਨ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਨੇ, ਜਦੋਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਉਹ ਬੱਚੇ ਦੇ ਜਨਮ ਤੋਂ ਪਹਿਲਾਂ ਇਹ ਆਸ ਰੱਖਦੀ ਹੈ ਕਿ ਮੇਰੇ ਘਰ ਵਿੱਚ ਪੁੱਤਰ ਹੋਏ। ਇਸੇ ਕਰਕੇ ਆਪਣੀ ਕੁੱਖ ਦੀ ਵੀ ਸੰਭਾਲ ਕਰਦੀ ਹੈ ਕਿ ਮੇਰੇ ਬੱਚੇ ਦਾ ਨੁਕਸਾਨ ਨਾ ਹੋਵੇ। ਜਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ। ਸਾਡੇ ਘਰ ਵਿੱਚ ਪੁੱਤਰ ਹੋਏਗਾ, ਉਹਨੂੰ ਪੜ੍ਹਾਵਾਂਗੇ, ਉਹਨੂੰ ਵਿਆਹਾਂਗੇ, ਉਹਨੂੰ ਨੌਕਰੀ ਮਿਲੇਗੀ। ਇਹ ਬਚਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ। ਜਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ। ਵੱਡਾ ਹੋਏ ਧਨ ਖਾਟ ਦੇ, ਵੱਡਾ ਹੋਏਗਾ ਕਮਾਈ ਕਰੇਗਾ, ਸਾਨੂੰ ਕਮਾਈ ਕਰਕੇ ਦੇਗਾ। ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ, ਫਿਰ ਅਸੀਂ ਆਨੰਦ ਮਾਣਾਂਗੇ, ਫਿਰ ਅਸੀਂ ਸੁਖ ਲਵਾਂਗੇ। ਵੈਸੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਹਰ ਮਾਂ ਦੀ ਇੱਛਾ ਹੈ, ਹਰ ਪਿਤਾ ਦੀ ਇੱਛਾ, ਸਾਡਾ ਬੱਚਾ ਪੜ੍ਹ ਲਿਖ ਕੇ ਕਮਾਈ ਕਰਕੇ ਵਿਆਹ ਕਰਾ ਕੇ ਸਾਡੇ ਬੁਢੇਪੇ ਦਾ ਸਹਾਰਾ ਬਣੇ। ਪਰ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਈ ਤੇ ਏਡੇ ਨਕੰਮੇ ਨੇ, ਕਈ ਤੇ ਏਡੇ ਅਕਿਰਤ ਕਾਨੇ, ਵੱਖ ਹੋਏ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ। ਮਾਂ ਪਿਓ ਦੇ ਸਾਰੇ ਉਪਕਾਰ ਖੂਹ 'ਚ ਪਾ ਕੇ, ਉਹਨਾਂ ਨੂੰ ਭੁੱਲ ਕੇ ਆਪਣੀ ਘਰਵਾਲੀ ਨੂੰ ਲੈ ਕੇ ਵੱਖਰਾ ਹੋ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਇਹ ਉਹ ਮਾਂ ਹੈ, ਜਦੋਂ ਪਤਾ ਲੱਗ ਜੇ ਸਾਡੇ ਘਰ ਵਿੱਚ ਬੱਚਾ ਹੋਣਾ, ਮਾਤ ਪਿਤਾ ਮਿਲ ਨਿੰਮਿਆ। ਨਿੰਮਿਆ ਤੋਂ ਭਾਵ ਹੈ ਜਦੋਂ ਪਤਾ ਹੀ ਲੱਗਦਾ ਨਾ ਵੀ ਬੱਚਾ ਹੋਏਗਾ। ਆਸਾਵੰਤੀ ਉਦਰ ਮੁਜ਼ਾਰੇ, ਬੱਚਾ ਅਜੇ ਕੁੱਖ ਵਿੱਚ ਹੈ ਤੇ ਆਸਾਂ ਲਾ ਕੇ ਬਹਿ ਜਾਣ। ਛੋ ਛੋ ਧਰਨ ਧਰੈ ਪਗ ਧਾਰੇ, ਬੜਾ ਛੋ ਛੋ ਕੇ ਪੈਰ ਧਰਦੀ ਹੈ ਵੀ ਮੇਰੇ ਬੱਚੇ ਦਾ ਨੁਕਸਾਨ ਨਾ ਹੋ ਜਾਏ। ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਬੰਦੇ ਦੀ ਹਰ ਕੋਸ਼ਿਸ਼ ਇਹ ਹੈ ਮੈਨੂੰ ਸੁੱਖ ਮਿਲੇ। ਪੁੱਤਰ ਤੇ ਬਹੁਤ ਹੁੰਦੇ ਨੇ, ਪਰ ਹੋਵੇ ਸਰਵਣ ਵਿਰਲਾ ਕੋਈ, ਸਰਵਣ ਕੋਈ ਵਿਰਲਾ ਹੀ ਨਿਕਲਦਾ ਹੈ। ਚਲੋ ਖੈਰ, ਮਹਾਰਾਜ ਕਹਿੰਦੇ ਨੇ ਮੰਗ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ, ਸਾਰਾ ਜਗਤ ਦੁਖੀ ਹੈ।
ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਾਗਾ। ਮੈਂ ਸੋਚਦਾ ਸਾਂ ਮੈਨੂੰ ਹੀ ਦੁੱਖ ਹੈ, ਮੈਂ ਹੀ ਸਾਰਾ ਜਗਤ ਹੀ ਦੁੱਖ ਵਿੱਚ ਲੁਭਾਏਮਾਨ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ। ਉੱਚੇ ਚੜ ਕੇ ਦੇਖਿਆ ਤਾਂ ਘਰ ਕਰੇ ਹੈ ਅਗ। ਉੱਚੇ ਚੜ੍ਹਨ ਤੋਂ ਭਾਵ ਇਹ ਨਹੀਂ ਵੀ ਬਾਬਾ ਫਰੀਦ ਸਾਹਿਬ ਕਿਸੇ ਰੁੱਖ ਤੇ ਚੜ੍ਹ ਗਏ ਜਾਂ ਬਾਬਾ ਫਰੀਦ ਸਾਹਿਬ ਜੀ ਕਿਸੇ ਚੁਬਾਰੇ ਦੀ ਛੱਤ ਤੇ ਚੜ੍ਹ ਗਏ। ਕਬੀਰ ਸਾਹਿਬ, ਬਾਬਾ ਫਰੀਦ ਸਾਹਿਬ ਦਾ ਭਾਵ ਹੈ ਵੀ ਜਦੋਂ ਮੈਨੂੰ ਅੱਲਾ ਨੇ, ਮੇਰੇ ਰੱਬ ਜੀ ਨੇ ਮੈਨੂੰ ਉੱਚੀ ਅਵਸਥਾ ਬਖਸ਼ੀ, ਜਿਸ ਅਵਸਥਾ ਦੇ ਜਾ ਕੇ ਬੰਦੇ ਨੂੰ ਸਭ ਕੁਝ ਪਤਾ ਲੱਗ ਜਾਂਦਾ ਹੈ। ਹੁਣ ਪਤਾ ਲੱਗਾ ਵੀ ਇਹ ਦੁੱਖ ਦੀ ਅੱਗ ਤੇ ਸਾਰੇ ਘਰ ਘਰ ਵਿੱਚ ਬਲ ਰਹੀ ਹੈ। ਇੱਕ ਸ਼ਬਦ ਹੈ ਸਾਧ ਸੰਗਤ ਹਜ਼ੂਰ ਦਾ, ਬੜੇ ਧਿਆਨ ਨਾਲ ਸੁਣਨਾ। ਦੁੱਖ ਵਿੱਚ ਜੰਮਣ, ਦੁੱਖ ਮਰਨ। ਦੁਨੀਆ ਦੇ ਜਿਹੜੇ ਜੀਵ ਨੇ, ਦੁਨੀਆ ਦੇ ਜਿਹੜੇ ਲੋਕ ਨੇ, ਦੁੱਖ ਵਿੱਚ ਹੀ ਜੰਮਦੇ ਨੇ, ਦੁੱਖ ਵਿੱਚ ਹੀ ਮਰ ਜਾਂਦੇ। ਜਨਮ ਤੋਂ ਲੈ ਕੇ ਮਰਨ ਤੱਕ ਦੁੱਖ ਵਿੱਚ ਹੀ ਰਹਿੰਦੇ। ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਨ ਸੰਸਾਰ। ਬਾਬਾ ਨਾਨਕ ਜੀ ਕਹਿੰਦੇ ਨੇ, ਹੈਰਾਨੀ ਵਾਲੀ ਗੱਲ ਇਹ ਹੈ ਵੀ ਦੁੱਖ ਵਿੱਚ ਫਸੇ ਹੁੰਦੇ ਨੇ, ਪਰ ਦੁੱਖ ਵਿੱਚ ਫਸੇ ਹੋਇਆਂ ਵੀ ਦੁਨੀਆ ਦਾ ਕਾਰ ਵਿਹਾਰ ਕਰੀ ਜਾ ਰਹੇ ਨੇ। ਦੁੱਖ ਦੁੱਖ ਅੱਗੇ ਆਖੀਐ ਹੈ, ਪੜ ਪੜ ਕਰੇ ਪੁਕਾਰ। ਜਿਹੜੇ ਬੜੇ ਪੜ੍ਹੇ ਲਿਖੇ ਲੋਕ ਨੇ, ਜਿਨ੍ਹਾਂ ਨੇ ਵਿਦਿਆ ਵੀ ਗ੍ਰਹਿਣ ਕੀਤੀ ਆ, ਮਹਾਰਾਜ ਕਹਿੰਦੇ ਨੇ, ਉਹ ਵੀ ਇਹੀ ਗੱਲ ਕਹਿੰਦੇ ਨੇ, ਮੈਂ ਬੜਾ ਦੁਖੀ ਹਾਂ, ਮੈਂ ਬੜਾ ਦੁਖੀ ਹਾਂ। ਬਸ ਇਹ ਗੱਲ ਕਹਿੰਦਾ ਕਹਿੰਦਾ ਬੰਦਾ ਦੁਨੀਆ ਤੋਂ ਤੁਰ ਜਾਂਦਾ ਵੀ ਮੈਂ ਬੜਾ ਦੁਖੀ ਹਾਂ, ਮੈਂ ਬੜਾ ਦੁਖੀ ਹਾਂ। ਹਜ਼ੂਰ ਕਹਿੰਦੇ ਨੇ, ਦੁੱਖ ਦੀਆਂ ਪੰਡਾਂ ਖੁੱਲੀਆਂ। ਹਰ ਇੱਕ ਬੰਦੇ ਦੇ ਕੋਲ ਇੱਕ ਪੰਡ ਹੈ, ਇੱਕ ਗਠੜੀ ਹੈ। ਆ ਹੁਣ ਅੱਗੋਂ ਸਾਡੇ ਬੱਚਿਆਂ ਨੇ ਨਹੀਂ ਸਮਝਣਾ ਵੀ ਪੰਡ ਕੀ ਹੁੰਦੀ ਹੈ। ਇਹ ਹੁਣ ਕਿਸੇ ਹੋਰ ਭਾਸ਼ਾ ਵਿੱਚ ਸਮਝਣਗੇ। ਜਿਵੇਂ ਸਿੰਘ ਸਾਹਿਬ ਰਾਤੀ ਵੀ ਬੇਨਤੀ ਕਰ ਰਹੇ ਸੀ, ਉਹ ਪੰਜਾਬੀ ਪੜ੍ਹਾਓ ਬੱਚਿਆਂ ਨੂੰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਜਾ ਸਕਦੀ ਗੁਰਮੁਖੀ ਤੋਂ ਬਿਨਾਂ। ਹਾਂ, ਥੋੜ੍ਹਾ ਬਹੁਤਾ ਗੁਜ਼ਾਰਾ ਹੋ ਸਕਦਾ, ਥੋੜ੍ਹਾ ਬਹੁਤ। ਮਹਾਰਾਜ ਕਹਿੰਦੇ ਨੇ, ਹਰ ਬੰਦੇ ਦੇ ਕੋਲ ਇੱਕ ਗਠੜੀ ਹੈ, ਇੱਕ ਪੰਡ ਹੈ। ਕਿਸੇ ਬੰਦੇ ਦੀ ਪੰਡ ਖੋਲ ਕੇ ਵੇਖ ਲਓ। ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਮਹਾਰਾਜ ਕਹਿੰਦੇ ਨੇ, ਕਿਸੇ ਦੀ ਪੰਡ ਵਿੱਚੋਂ ਮੈਂ ਫਰੋਲ ਕੇ ਵੇਖਿਆ, ਦੁੱਖ ਹੀ ਦੁੱਖ ਨਿਕਲੇ। ਹਰ ਇੱਕ ਦੀ ਪੰਡ ਵਿੱਚੋਂ ਸੁੱਖ ਨਹੀਂ ਮੈਂ ਵੇਖਿਆ ਕਿਸੇ ਦੀ ਪੰਡ ਵਿੱਚੋਂ। ਅਸਲ ਵਿੱਚ ਗੱਲ ਇਹ ਆ ਵੀ ਜਿਹੜੀਆਂ ਚੀਜ਼ਾਂ ਵਿੱਚੋਂ, ਜਿਹੜੀਆਂ ਗੱਲਾਂ ਵਿੱਚੋਂ ਅਸੀਂ ਸੁੱਖ ਲੱਭਣੇ ਆ, ਉਹਨਾਂ 'ਚ ਸੁੱਖ ਹੈ ਹੀ ਨਹੀਂ, ਤੇ ਲੱਭਣਾ ਕਿੱਥੋਂ ਆ। ਇਸ ਬੰਦੇ ਨੇ ਖੁਦ ਦੁੱਖ ਦੀਆਂ ਪੰਡਾਂ ਬੱਧੀਆਂ। ਹਜ਼ੂਰ ਕਹਿੰਦੇ ਨੇ, ਦੁੱਖ ਵਿੱਚ ਜੀਓ ਜਲਾਇਆ। ਐਡਾ ਮੂਰਖ ਬੰਦਾ, ਇਹ ਸਾਡੇ ਸਾਰਿਆਂ ਲਈ ਹੈ। ਮਹਾਰਾਜ ਕਹਿੰਦੇ ਨੇ, ਦੁੱਖਾਂ ਨੂੰ ਸਹੇੜਨ ਵਾਸਤੇ ਸਾਰੀ ਜ਼ਿੰਦਗੀ ਆਪਣੀ ਜਿੰਦ ਨੂੰ ਸਾੜਦਾ ਰਿਹਾ, ਦੁੱਖਾਂ ਵਿੱਚ ਹੀ ਆਪਣੇ ਆਪ ਨੂੰ ਸਾੜਦਾ ਰਿਹਾ। ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਝੱਲਿਆ ਰੋਏ। ਬਸ ਦੁੱਖ ਵਿੱਚ ਹੀ ਦੁਨੀਆ ਤੋਂ ਚਲਾ ਗਿਆ। ਕਿਸੇ ਸਿੱਖ ਨੇ ਆਖਿਆ, ਮਹਾਰਾਜ ਕੋਈ ਤਰੀਕਾ ਹੈ ਵੀ ਸੁੱਖ ਵੀ ਮਿਲ ਜਾਏ? ਤੁਸੀਂ ਕਹਿੰਦੇ ਹੋ ਵੀ ਹਰ ਇੱਕ ਦੀ ਪੰਡ ਵਿੱਚ ਦੁੱਖ ਹੀ ਦੁੱਖ ਹੈ, ਕੋਈ ਤਰੀਕਾ ਹੈ ਵੀ ਸੁੱਖ ਮਿਲ ਜਾਏ? ਮਹਾਰਾਜ ਕਹਿੰਦੇ ਨੇ, ਹਾਂ ਸੁੱਖ ਮਿਲ ਸਕਦਾ ਹੈ, ਜ਼ਰੂਰ ਮਿਲੇਗਾ। ਹਜ਼ੂਰ ਨੇ ਗਰੰਟੀ ਦਿੱਤੀ ਇਸ ਗੱਲ ਦੀ। ਆ ਦੁਨੀਆ ਦੇ ਲੋਕ ਤੇ ਝੂਠੀਆਂ ਗਰੰਟੀਆਂ ਦਿੰਦੇ।
ਮਹਾਰਾਜ ਕਹਿੰਦੇ ਮੈਂ ਪੂਰੇ ਦਾਅਵੇ ਨਾਲ ਤੇ ਵਾਅਦੇ ਨਾਲ ਕਹਿਣਾ, ਓਏ ਇੱਕ ਕੰਮ ਕਰੋ, ਤੁਹਾਡਾ ਮਨ ਤਨ ਸੁਖੀ ਹੋ ਜਾਏਗਾ। ਹਜ਼ੂਰ ਨੇ ਫਿਰ ਉੱਥੇ ਆਖਰੀ ਪੰਕਤੀ ਵਿੱਚ ਸਾਰੇ ਕਿਰਪਾ ਕਰਿਓ ਤਾਂ ਕਿ ਸਾਨੂੰ ਆਪਣੇ ਆਪ ਨੂੰ ਸੁਣ ਜਾਏ। ਮਹਾਰਾਜ ਕਹਿੰਦੇ ਨਾਨਕ ਸਿਫਤੀ ਰਤਿਆ, ਹੇ ਨਾਨਕ ਜੇ ਕੋਈ ਬੰਦਾ ਉਹਦੀ ਸਿਫਤ ਸਲਾਹ ਵਿੱਚ ਹੀ ਲੱਗ ਜਾਏ, ਜੇ ਬੰਦਾ ਉਹਦੀ ਸਿਫਤ ਸਲਾਹ ਹੀ ਕਰਦਾ ਰਹੇ ਉਸ ਪਰਮੇਸ਼ਰ ਤੇ ਜਿਹਦੇ ਬਾਰੇ ਹਜ਼ੂਰ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਹਜ਼ੂਰ ਵੱਡੇ ਗੁਰੂ ਜੀ ਕਹਿੰਦੇ ਨੇ, ਓਏ ਹੇ ਨਾਨਕ ਜਿਹੜਾ ਉਹਦੀਆਂ ਸਿਫਤਾਂ ਕਰ ਲੱਗ ਪਏ ਮੇਰੇ ਰੱਬ ਦੀਆਂ। ਇਹੀ ਗੱਲ ਤੇ ਬਾਬਾ ਨਾਨਕ ਜੀ ਨੇ ਭਾਈ ਮਰਦਾਨੇ ਨੂੰ ਆਖੀ, ਭਾਈ ਮਰਦਾਨਿਆ ਆ ਦੋ ਰੋਟੀਆਂ ਵਾਸਤੇ ਦਰ ਦਰ ਤੇ ਜਾ ਕੇ ਕਿਸੇ ਦੀ ਪਿਓ ਦੀ ਸਿਫਤ ਕਰਦਾ, ਕਿਸੇ ਦੇ ਦਾਦੇ ਦੀ, ਕਿਸੇ ਦੀ ਪਰਦਾਦੇ ਦੀ। ਇਹ ਤੇਰੀਆਂ ਸਿਫਤਾਂ ਦਾ ਕੀ ਮੁੱਲ ਪਾਉਂਦੇ ਨੇ ਲੋਕ। ਮਹਾਰਾਜ ਕਹਿੰਦੇ 2 ਰੋਟੀਆਂ ਮੁੱਲ ਪਾਉਂਦੇ ਤੇਰੀਆਂ ਸਿਫਤਾਂ ਦਾ। ਤੂੰ ਮੇਰੇ ਕਰਤਾਰ ਦੀ ਸਿਫਤ ਕਰਿਆ ਕਰ, ਮੇਰਾ ਕਰਤਾਰ ਤੇਰੀ ਰਬਾਬ ਤੇ ਰੀਝ ਜਾਏਗਾ, ਤੇਰੇ ਰਾਗ ਤੇ ਰੀਝ ਜਾਏਗਾ। ਹਜ਼ੂਰ ਕਹਿੰਦੇ ਨੇ ਨਾਨਕ ਸਿਫਤੀ ਰਤਿਆ, ਹੇ ਨਾਨਕ ਜਿਹੜਾ ਉਹਦੀਆਂ ਸਿਫਤਾਂ ਵਿੱਚ ਲੱਗ ਜਾਏ ਮਨ ਤਨ ਹਰਿਆ ਹੋਏ, ਮਨ ਤਨ ਹਰਿਆ ਹੋਏ, ਮਨ ਤਨ। ਸਾਧ ਸੰਗ ਕਈ ਵਾਰੀ ਸਰੀਰ ਤੰਦਰੁਸਤ ਹੁੰਦਾ ਹੈ, ਬੰਦੇ ਦਾ ਮਨ ਦੁਖੀ ਹੁੰਦਾ। ਹਜ਼ੂਰ ਕਹਿੰਦੇ ਤੇਰਾ ਮਨ ਤਾਂ ਨਹੀਂ ਖਿੜਿਆ ਰਹੇਗਾ। ਨਾਨਕ ਸਿਫਤੀ ਰਤਿਆ, ਨਾਨਕ ਸਿਫਤੀ ਰਤਿਆ, ਨਾਨਕ। ਮਨ ਤਨ ਹਰਿਆ ਹੋਏ, ਮਨ ਤਨ ਹਰਿਆ ਹੋਏ, ਮਨ ਤਨ। ਤੇ ਇਸ ਪਹਿਲੀ ਪੰਕਤੀ ਵਿੱਚ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਉਸ ਪਰਮੇਸ਼ਰ ਨੂੰ ਪਤੀ ਆਖਿਆ ਹੈ ਤੇ ਸਾਰੇ ਜੀਵਾਂ ਨੂੰ ਜੀਵ ਇਸਤਰੀਆਂ ਆਖਿਆ। ਮਹਾਰਾਜ ਕਹਿੰਦੇ ਨੇ ਇਹ ਜੀਵ ਇਸਤਰੀ ਕਿਉਂ ਦੁਖੀ ਹੈ, ਆਓ ਮੈਂ ਤੁਹਾਨੂੰ ਦੱਸਾਂ ਕਿਉਂ ਦੁਖੀ ਹੈ। ਹਜ਼ੂਰ ਕਹਿੰਦੇ ਨੇ ਮੁੰਦ ਰਹਿਣ ਦੁਹੇਲੜੀਆਂ ਜੀਓ ਨੀਂਦ ਨ ਆਵੇ। ਮਹਾਰਾਜ ਕਹਿੰਦੇ ਨੇ ਜਵਾਨ ਇਸਤਰੀ ਪਤੀ ਦੇ ਵਿਛੋੜੇ ਵਿੱਚ ਹੌਕੇ ਲੈਂਦੀ ਰਹਿੰਦੀ ਆ ਤੇ ਇਹਦੀ ਸਾਰੀ ਰਾਤ ਦੁੱਖ ਵਿੱਚ ਨਿਕਲਦੀ, ਇਹਨੂੰ ਫਿਰ ਨੀਂਦਰ ਵੀ ਨਹੀਂ ਆਉਂਦੀ। ਸਾਧ ਸੰਗਤ ਪਤੀ ਤੇ ਪਤਨੀ ਦਾ ਬਹਾਨਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਸ਼ਬਦ ਉਚਾਰਿਆ, ਤੁਖਾਰੀ ਰਾਗ ਹੈ ਤੇ 12 ਮਹਾ ਜਿਹੜਾ ਮਹਾਰਾਜ ਨੇ ਉਚਾਰਨ ਕੀਤਾ। ਹਜ਼ੂਰ ਕਹਿੰਦੇ ਨੇ ਚੇਤ ਬਸੰਤ ਭਲਾ। ਚੇਤਰ ਦਾ ਮਹੀਨਾ ਵੀ ਬੜਾ ਸੋਹਣਾ, ਨਾ ਠੰਡ ਹੁੰਦੀ ਹੈ ਨਾ ਗਰਮੀ ਹੁੰਦੀ ਹੈ। ਬਸੰਤ ਦੀ ਰੁੱਤ ਵੀ ਬੜੀ ਸੋਹਣੀ ਆ। ਭਵਰ ਸੁਹਾਵਰੇ, ਮਹਾਰਾਜ ਕਹਿੰਦੇ ਨੇ ਭੌਰੇ ਵੀ ਬੜੇ ਸੋਹਣੇ ਲੱਗਦੇ ਨੇ ਬਸੰਤ ਦੀ ਰੁੱਤ ਵਿੱਚ। ਬਣ ਫੂਲੇ ਮੰਝ ਬਾਰ, ਖੁੱਲੀਆਂ ਜੂਹਾਂ ਵਿੱਚ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਹਨੂੰ ਬਾਰ ਦਾ ਇਲਾਕਾ ਕਹਿੰਦੇ ਹੁੰਦੇ ਸੀ। ਬਾਰ ਦਾ ਇਲਾਕਾ, ਨਨਕਾਣਾ ਸਾਹਿਬ ਦਾ ਇਲਾਕਾ। ਮਹਾਰਾਜ ਕਹਿੰਦੇ ਬਾਰ ਦੇ ਇਲਾਕੇ ਵਿੱਚ ਖੁੱਲੀਆਂ ਜੂਹਾਂ ਵਿੱਚ ਫੁੱਲ ਖਿੜੇ ਹੋਏ ਨੇ ਬਸੰਤ ਦੀ ਰੁੱਤ 'ਚ। ਚੇਤਰ ਦਾ ਮਹੀਨਾ ਬੜਾ ਸੋਹਣਾ। ਹਜ਼ੂਰ ਕਹਿੰਦੇ ਨੇ ਬਣ ਫੂਲੇ ਮੰਝ ਬਾਰ, ਮੈਂ ਪੇਰ ਘਰ ਬਹੁੜੈ। ਪਰ ਇੱਕ ਇਸਤਰੀ ਜਿਹਦਾ ਪਤੀ ਪਰਦੇਸ ਗਿਆ ਹੋਇਆ, ਉਦੋਂ ਕੋਈ ਚਿੱਠੀ ਪੱਤਰ ਕੋਈ ਟੈਲੀਫੋਨ ਨਹੀਂ ਸੀ ਹੁੰਦੇ ਉਸ ਵੇਲੇ ਦੀ ਬਾਤ। ਹਜ਼ੂਰ ਕਹਿੰਦੇ ਨੇ ਉਹ ਵਿਚਾਰੀ ਕਹਿੰਦੀ ਹੈ ਵੀ ਚੇਤਰ ਦਾ ਮਹੀਨਾ ਵੀ ਸੋਹਣਾ ਹੈ, ਬਸੰਤ ਦੀ ਰੁੱਤ ਵੀ ਬੜੀ ਸੋਹਣੀ, ਫੁੱਲ ਵੀ ਖਿੜੇ ਹੋਏ ਨੇ, ਭੌਰੇ ਵੀ ਬੜੇ ਸੋਹਣੇ ਲੱਗਦੇ।
ਪਰ ਮੈਨੂੰ ਤਾਂ ਹੀ ਚੇਤਰ ਦਾ ਮਹੀਨਾ ਚੰਗਾ ਲੱਗੇ ਨਾ, ਮੈਨੂੰ ਤਾਂ ਹੀ ਬਸੰਤ ਦੀ ਰੁੱਤ ਚੰਗੀ ਲੱਗੇ ਵੀ ਜੇ ਮੇਰਾ ਮਾਲਕ ਮੇਰੇ ਘਰ ਵਿੱਚ ਆ ਜਾਏ ਤੇ ਫੇਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਮਾਲਕ ਘਰ ਵਿੱਚ ਨਾ ਆਵੇ ਫਿਰ ਘਰ ਨਹੀਂ ਆਵੇ, ਧਨ ਕਿਉਂ ਸੁਖ ਪਾਵੇ। ਇਸਤਰੀ ਨੂੰ ਕਿਵੇਂ ਸੁਖ ਮਿਲ ਸਕਦਾ ਸਾਧ ਸੰਗਤ? ਸਭ ਕੁਝ ਪੈਸਾ ਤੇ ਨਹੀਂ ਨਾ ਹੁੰਦਾ। ਧਨ ਕਿਉਂ ਸੁਖ ਪਾਵੇ ਬਿਰਹੇ ਵਿਰੋਧ ਤਨ ਸੀਜੈ। ਬਾਬਾ ਨਾਨਕ ਜੀ ਕਹਿੰਦੇ ਨੇ ਉਹ ਸਗੋਂ ਵਿਚਾਰੀ ਬਸੰਤ ਦੀ ਰੁੱਤ ਵਿੱਚ ਵੀ ਹਰ ਪਾਸੇ ਫੁੱਲ ਖਿੜੇ ਨੇ, ਹਰ ਪਾਸੇ ਚੰਗੀ ਰੁੱਤ ਹੈ, ਪਰ ਇਹੋ ਜੀ ਬਸੰਤ ਦੀ ਰੁੱਤ ਵਿੱਚ ਵੀ ਦਿਨੋਂ ਦਿਨ ਕਮਜ਼ੋਰ ਹੁੰਦੀ ਜਾਂਦੀ ਆ। ਸਾਧ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਬਦ ਹੈ ਵੀ ਜਦੋਂ ਜੇਠ ਹਾੜ ਦੇ ਮਹੀਨੇ 'ਚ ਤਪਸ਼ ਪੈਂਦੀ ਆ ਨਾ ਤੇ ਸੌਣ ਮਹੀਨੇ 'ਚ ਮੀਂਹ ਵਰ ਜਾਏ, ਜਲ ਥਲ ਨੀਰ ਭਰੇ ਸੀਤਲ ਪਵਨ ਚੁਲਾਰ ਦੇ। ਮੀਂਹ ਵਰ ਜਾਏ, ਹਰ ਪਾਸੇ ਜਲ ਥਲ ਇੱਕ ਹੋ ਜਾਏ, ਰੁਮਕ ਰੁਮਕ ਕੇ ਠੰਡੀ ਹਵਾ ਚੱਲਦੀ ਹੋਏ, ਸੇਜੜੀਆਂ ਸਵਨ ਹੀਰੇ ਲਾਲ ਜੜਨ ਦੀਆਂ, ਇਸਤਰੀ ਸੋਨੇ ਦੇ ਪਲੰਗ ਤੇ ਪਈ ਹੋਵੇ, ਹੀਰੇ ਮੋਤੀ ਵੀ ਲੱਗੇ ਹੋਣ ਉਸ ਪਲੰਗ ਨੂੰ। ਆ ਸਾਰਾ ਸ਼ਬਦ ਸੁਣਿਓ। ਹਜ਼ੂਰ ਕਹਿੰਦੇ ਨੇ ਜਲ ਥਲ ਨੀਰ ਭਰੇ ਸੀਤਲ ਪਵਨ ਚੁਲਾਰ ਦੇ, ਸੇਜੜੀਆਂ ਸਵਨ ਹੀਰੇ ਲਾਲ ਜੁੜਨ ਦੀਆਂ, ਸੁੱਬਰ ਕੱਪੜ ਭੋਗ ਨਾਨਕ ਪੇਰ ਵਿਹੂਣੀ ਤਤੀਆਂ। ਮਹਾਰਾਜ ਕਹਿੰਦੇ ਨੇ ਸੁੱਬਰ ਉਹਨੂੰ ਕਹਿੰਦੇ ਨੇ ਜਿਹੜਾ ਵਿਆਹ ਵੇਲੇ ਕੱਪੜਾ ਨਹੀਂ ਸੀ ਦਿੱਤਾ ਜਾਂਦਾ, ਲੀੜਾ ਦਿੱਤਾ ਜਾਂਦਾ ਸੀ ਲੜਕੀ ਦੇ ਸਿਰ ਤੇ। ਮਹਾਰਾਜ ਕਹਿੰਦੇ ਨੇ ਪਤੀ ਤੋਂ ਬਿਨਾਂ ਵਿਚਾਰੀਆਂ ਸੜਦੀਆਂ ਬਲਦੀਆਂ ਰਹਿੰਦੀਆਂ ਨੇ। ਅਸਲ ਵਿੱਚ ਮੈਨੂੰ ਮਾਫ ਕਰਨਾ, ਗੁਰੂ ਨਾਨਕ ਸਾਹਿਬ ਕਹਿਣਾ ਚਾਹੁੰਦੇ ਨੇ, ਓਏ ਦੁਨੀਆ ਦੇ ਲੋਕੋ, ਘਰ ਵਿੱਚ ਧਨ ਦੌਲਤ ਵੀ ਹੋਵੇ, ਭਾਈ ਪੈਸਾ ਬਹੁਤ ਹੋਵੇ, ਜਾਇਦਾਦ ਦਾ ਕੋਈ ਲੇਖਾ ਜੋਖਾ ਨਾ ਹੋਵੇ, ਜੇ ਉਹ ਤੁਸੀਂ ਚਾਹੋ ਉਹੀ ਹੋ ਜਾਏ, ਪਰ ਪੁੱਤਰਾ ਜੇ ਤੇਰੇ ਘਰ ਵਿੱਚ ਰੱਬ ਨਹੀਂ ਨਾ ਵਸਦਾ ਤੇ ਮਹਾਰਾਜ ਕਹਿੰਦੇ ਨੇ ਪੁੱਤਰਾ ਤੂੰ ਸੁਖੀ ਨਹੀਂ ਹੋ ਸਕਦਾ, ਜਿੱਥੇ ਮਰਜ਼ੀ ਚੱਲ ਜਾ। ਸ਼੍ਰੀ ਰਾਗ ਦੇ ਪਹਿਲੇ ਸ਼ਬਦ ਵਿੱਚ ਹਜ਼ੂਰ ਕਹਿੰਦੇ ਨੇ ਹਰ ਬਿਨ ਜੀਓ ਜਲ ਬਲ ਜਾਓ। ਭਾਈ ਮੈਂ ਤੇ ਸੜ ਬਲ ਕੇ ਕੋਲਾ ਹੋ ਜਾਣਾ ਜਦੋਂ ਮੈਨੂੰ ਕਿਤੇ ਮੇਰਾ ਇੱਕ ਪਲ ਵਾਸਤੇ ਰੱਬ ਵੀ ਭੁੱਲ ਜਾਏ। ਮੈਂ ਆਪਣਾ ਗੁਰਪੂਸ਼ ਦੇਖਿਆ ਅਵਰ ਨਾਹੀ ਥਾਂ। ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ ਵੀ ਕੋਈ ਥਾਂ ਹੈ ਵੀ ਜਿੱਥੇ ਹੋਰ ਵੀ ਸੁੱਖ ਮਿਲ ਸਕੇ। ਮੇਰੇ ਗੁਰੂ ਨੇ ਆਖਿਆ ਨਾ ਭਾਈ। ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਸੀ ਸਾਧ ਸੰਗਤ? ਇਹ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਜੀ ਤੁਹਾਡਾ ਗੁਰੂ ਕੌਣ ਸੀ? ਮਹਾਰਾਜ ਕਹਿੰਦੇ ਤਤ ਨਿਰੰਜਨ ਜੋਤ ਸਬਾਈ ਸੋਹੰਗ ਭੇਦ ਨਾ ਕੋਈ ਜੀਓ। ਮਹਾਰਾਜ ਕਹਿੰਦੇ ਨੇ ਨਾਨਕ ਗੁਰ ਮਿਲਿਆ ਸੋਈ ਜੀਓ। ਨਾਨਕ ਨੂੰ ਉਹ ਗੁਰੂ ਮਿਲਿਆ ਜਿਹੜਾ ਅਪਹੁੰਚ ਹੈ, ਜਿਹੜਾ ਹਰੇਕ ਵਿੱਚ ਵਸਦਾ। ਜਦੋਂ ਅਸੀਂ ਚੌਪਈ ਸਾਹਿਬ ਦਾ ਪਾਠ ਕਰਦੇ ਹਾਂ ਤੇ ਦਸ਼ਮੇਸ਼ ਪਿਤਾ ਮਹਾਰਾਜ ਕਹਿੰਦੇ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਭਾਈ ਸਾਡਾ ਗੁਰੂ ਉਹ ਹੈ ਜਿਹੜਾ ਆਦ ਤੋਂ ਲੈ ਕੇ ਅੰਤ ਤੱਕ, ਪਹਿਲਾਂ ਵੀ ਉਹ ਸੀ, ਸ੍ਰਿਸ਼ਟੀ ਦੇ ਪਸਾਰੇ ਤੋਂ ਬਾਅਦ ਵਿੱਚ ਵੀ ਉਹੀ ਰਹੇਗਾ। ਤੇ ਇਸ ਪਾਵਨ ਸ਼ਬਦ ਵਿੱਚ ਹਜ਼ੂਰ ਕਹਿੰਦੇ ਨੇ ਜਿਹੜੀ ਜਵਾਨ ਇਸਤਰੀ ਦਾ ਵਿਛੋੜਾ ਪਿਆ ਹੋਇਆ ਭਾਈ, ਉਹਦੀ ਰਾਤ ਦੁੱਖ ਵਿੱਚ ਹੀ ਲੰਘਦੀ ਹੈ, ਉਹਨੂੰ ਨੀਂਦਰ ਨਹੀਂ ਆਉਂਦੀ। ਸਾ ਧਨ ਦੁਬਲੀਆਂ ਜੀਓ ਫਿਰ ਕਹਿ ਹਾਵੇ। ਮਹਾਰਾਜ ਕਹਿੰਦੇ ਉਹ ਤੇ ਵਿਚਾਰੀ ਕਮਜ਼ੋਰ ਹੁੰਦੀ ਜਾਂਦੀ ਹੈ ਪਤੀ ਦੇ ਹੌਕਿਆਂ ਵਿੱਚ ਹੀ। ਧਨ ਥੀ ਦੁਬਲ ਕੰਤ ਹਾਵੇ ਕੇਵ ਨੈਣੀ ਦੇਖੇ। ਉਹਨੂੰ ਵਿਚਾਰੀ ਨੂੰ ਇਹ ਹੁੰਦਾ ਵੀ ਕਿਹੜਾ ਵੇਲਾ ਹੋਵੇ ਮੈਂ ਆਪਣੇ ਮਾਲਕ ਨੂੰ ਇਹਨਾਂ ਨੈਣਾ ਦੇ ਨਾਲ ਵੇਖਾਂ। ਕਮਜ਼ੋਰ ਹੋਈ ਜਾਂਦੀ ਹੈ ਹੌਕਿਆਂ ਤੇ ਹਾਵਿਆਂ 'ਚ।
ਸ਼ਿੰਗਾਰ ਮਿੱਠ ਰਸ ਭੋਗ ਭੋਜਨ। ਮਹਾਰਾਜ ਕਹਿੰਦੇ ਨੇ ਉਹ ਸਾਰੇ ਸ਼ਿੰਗਾਰ ਵੀ ਉਹਨੇ ਕੀਤੇ ਹੋਣ, ਜਿੰਨੇ ਦੁਨੀਆ ਦੇ ਮਿੱਠੇ ਪਦਾਰਥ ਨੇ ਉਹਨਾਂ ਦਾ ਰਸ ਮਾਣਦੀ ਹੋਏ, ਭਾਵ ਕਿ ਉਹਦੇ ਘਰ ਵਿੱਚ ਸਭ ਕੁਝ ਹੈ। ਸਾਧ ਸੰਗਤ ਇੱਕ ਸ਼ਬਦ ਆਉਂਦਾ ਗੁਰੂ ਅਰਜਨ ਸਾਹਿਬ ਮਹਾਰਾਜ ਦਾ, ਮਾਰੂ ਡਖਣੇ ਵਿੱਚ ਉਹ ਬਿਰਹੋਂ ਕੁੱਠੀ, ਵਿਛੋੜੇ ਵਿੱਚ ਕੁੱਠੀ ਹੋਈ ਪਤਾ ਕੀ ਕਹਿੰਦੀ ਹੈ? ਉਹ ਕਹਿੰਦੇ ਜੇ ਤੂੰ ਵੱਤੇ ਅੰਗਨੇ ਹੱਬ ਧਰਤ ਸੁਹਾਵੀ ਹੋਏ। ਹੇ ਮੇਰੇ ਮਾਲਕਾ, ਜਦੋਂ ਤੂੰ ਮੇਰੇ ਵਿਹੜੇ ਵਿੱਚ ਬੈਠਾ ਹੁੰਨਾ ਨਾ, ਮੈਨੂੰ ਵਿਹੜਾ ਤੇ ਸੋਹਣਾ ਲੱਗਦਾ ਮੈਨੂੰ ਤਾਂ ਸਾਰੀ ਧਰਤੀ ਸੋਹਣੀ ਲੱਗਦੀ ਹੈ। ਜੇ ਤੂੰ ਵੱਤੇ ਅੰਗਣੇ ਹੱਬ ਧਰਤ ਸੁਹਾਵੀ ਹੋਏ, ਹਿੱਕ ਸਕੰਤੈ ਬਾਹਰੀ ਮੈਡੀ ਬਾਤ ਨਾ ਪੁੱਛੈ ਕੋਏ। ਉਹ ਵਿਚਾਰੀ ਕਹਿੰਦੀ ਹੈ ਵੀ ਮਾਲਕਾ ਤੇਰੇ ਤੋਂ ਬਿਨਾ ਮੇਰੀ ਬਾਤ ਕੋਈ ਨਹੀਂ ਪੁੱਛਦਾ। ਅਸਲ ਵਿੱਚ ਗੱਲ ਇਹ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੱਖ ਲਸ਼ਕਰ ਲੱਖ ਵਾਜੇ ਨੇ ਜੇ, ਲੱਖ ਉੱਠ ਕਰੇ ਸਲਾਮ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖ ਉੱਠ ਰਾਖੇ ਮਾਨ, ਜਾਂ ਪਤ ਲੇਖਿਆ ਨਾ ਪਵੈ ਤਾਂ ਸਭ ਨਰਾਫਲ ਕਾਮ। ਪੁੱਤਰਾ ਤੂੰ ਰਾਜਾ ਬਣ ਜਾਏ, ਤੇਰੇ ਅੱਗੇ ਪਿੱਛੇ ਲੱਖਾਂ ਹੀ ਵਾਜਿਆਂ ਵਾਲੇ ਨੇਜਿਆਂ ਵਾਲੇ, ਤੇਰੀ ਹਿਫਾਜ਼ਤ ਕਰਨ ਵਾਲੇ, ਤੇਰੀ ਸੁਰੱਖਿਆ ਜਿਹਨੂੰ ਕਹਿੰਦੇ ਆਪਾਂ, ਬੜਾ ਲਾਓ ਲਸ਼ਕਰ ਤੇਰੇ ਨਾਲ ਜਾ ਰਿਹਾ। ਜਿੱਧਰ ਨੂੰ ਤੇਰਾ ਕਾਫਲਾ ਜਾਏ ਲੱਖਾਂ ਫੌਜਾਂ ਤੇਰੇ ਨਾਲ ਹੋਣ, ਉੱਠ ਉੱਠ ਕਰੇ ਸਲਾਮ, ਲੋਕ ਉੱਠ ਉੱਠ ਕੇ ਸਲਾਮਾਂ ਕਰਨ ਵੀ ਸਾਡਾ ਰਾਜਾ ਜਾ ਰਿਹਾ। ਬਾਬਾ ਨਾਨਕ ਜੀ ਕਹਿੰਦੇ ਪੁੱਤਰਾ ਇੱਕ ਗੱਲ ਯਾਦ ਰੱਖੀ, ਲੋਕ ਤੇ ਤੈਨੂੰ ਸਲਾਮਾਂ ਕਰਦੇ ਨੇ, ਪਰ ਜੇ ਤੂੰ ਵਾਹਿਗੁਰੂ ਦੀ ਨਜ਼ਰ 'ਚ ਪ੍ਰਵਾਨ ਨਾ ਹੋਇਆ, ਦੁਨੀਆ ਵਿੱਚ ਤੇ ਤੇਰੀ ਬੜੀ ਇੱਜ਼ਤ ਹੈ। ਜਾਂ ਪਤ ਲੇਖਿਆ ਨਾ ਪਵੈ ਤਾਂ ਸਭ ਨਰਾਫਲ ਕਾਂ। ਪੁੱਤਰਾ ਸਭ ਕੁਝ ਬੇਅਰਥ ਹੈ, ਬੇਅਰਥ। ਲੱਖ ਖੱਟੀਏ ਲੱਖ ਸੰਝੀਏ, ਖਾਜੇ ਲੱਖ ਆਵੇ ਲੱਖ ਜਾਏ। ਬੰਦਾ ਕਹਿੰਦਾ ਜੀ ਬੜੀ ਰੱਬ ਦੀ ਕਿਰਪਾ, ਲੱਖਾਂ ਆ ਰਹੇ ਨੇ ਲੱਖਾਂ ਜਾ ਰਹੇ ਨੇ, ਲੱਖਾਂ ਮੈਂ ਖਰਚ ਕਰ ਰਿਹਾ, ਲੱਖਾਂ ਜਮ੍ਹਾਂ ਕਰ ਰਿਹਾ। ਮਹਾਰਾਜ ਕਹਿੰਦੇ ਜਾਂ ਪਦ ਲੇਖਿਆ ਨਾ ਪਵੈ ਤਾਂ ਜੀ ਕਿੱਥੇ ਫਿਰ ਪਾਏ। ਪੁੱਤਰਾ ਲੱਖਾਂ ਆਉਂਦੇ ਲੱਖਾਂ ਜਾਂਦੇ, ਪਰ ਸੁੱਖ ਨਹੀਂ ਮਿਲਣਾ ਇਹਨਾਂ ਵਿੱਚ। ਸੁੱਖ ਵਾਲੀ ਕੋਈ ਚੀਜ਼ ਹੋਰ ਹੈ। ਤੇ ਗਰੀਬ ਨੂੰ ਅੱਜ ਮਹਾਰਾਜ ਕਹਿੰਦੇ ਨੇ, ਜਿਵੇਂ ਇੱਕ ਇਸਤਰੀ ਕਹਿੰਦੀ ਹੈ ਵੀ ਨਾ ਮੈਨੂੰ ਮਿੱਠੇ ਪਦਾਰਥ ਚੰਗੇ ਲੱਗਦੇ ਨੇ, ਨਾ ਮੈਨੂੰ ਸ਼ਿੰਗਾਰ ਚੰਗੇ ਲੱਗਦੇ। ਸਲੋਕ ਵਾਰਾਂ ਦੇ ਵਧੀਕ ਵਿੱਚ ਇੱਕ ਥਾਂ ਹੋਰ ਵੀ ਹਜ਼ੂਰ ਦਾ ਬਚਨ ਹੈ, ਇੱਕ ਇਸਤਰੀ ਦੂਸਰੀ ਨੂੰ ਪਤਾ ਕੀ ਕਹਿੰਦੀ, ਆਪਣੀ ਸਹੇਲੀ ਨੂੰ, ਸਖੀ ਕਾਜਲ ਹਾਰ ਤੰਬੋਲ ਸਭੈ ਕੇ ਸਾਜਿਆ। ਕਹਿੰਦੀ ਉਦੋਂ ਸੁਰਮਾ ਘਰ ਪੀਂਦੇ ਹੁੰਦੇ ਸੀ ਲੋਕ, ਬੀਬੀਆਂ। ਕਹਿੰਦੀ ਸੁਰਮਾ ਵੀ ਪੀਠ ਲਿਆ ਹੈ, ਸੋਨੇ ਦਾ ਹਾਰ ਵੀ ਮੇਰੇ ਕੋਲ ਪਿਆ, ਜੋ 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, 16 ਦੇ 16 ਸ਼ਿੰਗਾਰ ਮੈਂ ਕਰ ਲੈਨੇ। ਮੈਨੂੰ ਪਤਾ ਲੱਗਾ ਵੀ ਅੱਜ ਮੇਰੇ ਪਤੀ ਨੇ ਘਰ ਆਉਣਾ, ਮੈਂ ਸੁਰਮਾ ਵੀ ਪਾ ਲਿਆ। ਇਹ ਸਾਨੂੰ ਸਮਝਾਉਣ ਵਾਸਤੇ ਹਜ਼ੂਰ ਨੇ ਮਿਸਾਲ ਦਿੱਤੇ। ਤੇ ਹਜ਼ੂਰ ਕਹਿੰਦੇ ਨੇ ਉਹ ਫਿਰ ਪਤਾ ਕੀ ਕਹਿੰਦੀ ਹੈ, ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਐ, ਹਰਹਾਂ ਕੰਤ ਹੈ ਬਾਜ ਸ਼ਿੰਗਾਰ ਸਭ ਬਿਰਥਾ ਜਾਈ। ਉਹ ਕਹਿੰਦੀ ਆ ਵੀ ਜੇ ਤੇ ਹੁਣ ਭੈਣੇ ਘਰ ਆ ਗਿਆ ਮਾਲਕ ਤੇ ਠੀਕ ਹੈ, ਨਹੀਂ ਤੇ ਕਿਹੜੇ ਕੰਮ ਹੈ ਮੇਰਾ ਹਾਰ ਸ਼ਿੰਗਾਰ। ਜੇ ਆ ਗਿਆ ਤੇ ਠੀਕ ਹੈ, ਜੇ ਕਰ ਆਵੇ ਕੰਤ ਤਾਂ ਸਭ ਕੁਛ ਪਾਈਐ, ਹਰ ਹੈ ਕੰਤ ਹੈ ਬਾਦ ਸ਼ਿੰਗਾਰ ਸਭ ਬਿਰਥਾ ਜਾਈਏ। ਹਰ ਹਾਂ ਕੰਤ ਹੈ ਬਾਦ ਸ਼ਿੰਗਾਰ, ਉਹਦੇ ਤੋਂ ਬਿਨਾਂ ਕਿਹੜਾ ਕੰਮ ਹੈ ਸ਼ਿੰਗਾਰ। ਇੱਕ ਹਜ਼ੂਰ ਕਹਿੰਦੇ ਨੇ, ਮੁੰਦੇ ਫਿਰ ਬਿਨ ਕਿਆ ਸ਼ਿੰਗਾਰ। ਉਹਨੂੰ ਤੇ ਸ਼ਿੰਗਾਰ ਵੀ ਚੰਗਾ ਨਹੀਂ ਲੱਗਦਾ। ਅਸਲ ਵਿੱਚ ਗੱਲ ਇਹ ਹੈ ਸਾਧ ਸੰਗਤ, ਚੰਗਾ ਧਨ ਦੌਲਤ ਹੋਏ, ਚੰਗਾ ਮਹੱਲ ਹੋਏ, ਬੰਦੇ ਦਾ ਬੜਾ ਵੱਡਾ ਸ਼ਿੰਗਾਰ ਬਣਦਾ।
ਦੁਨੀਆ 'ਚ ਬੰਦਾ ਬੜਾ ਸੋਹਣਾ ਲੱਗਦਾ, ਪਰ ਹਜ਼ੂਰ ਕਹਿੰਦੇ ਨੇ ਭਾਈ ਇੱਕ ਗੱਲ ਯਾਦ ਰੱਖੀ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਅਰਥ ਨਹੀਂ। ਮਹਾਰਾਜ ਕਹਿੰਦੇ ਨੇ ਮੈਂ ਮਤ ਜੂਬੁਣ ਗੁਰ ਬਗਾਲੀ, ਦੁੱਧਾ ਥਣੀ ਨ ਆਵੇ। ਬੜੇ ਧਿਆਨ ਨਾਲ ਪੰਕਤੀ ਸੋਨੀ ਸਾਧ ਸੰਗਤ। ਹਜ਼ੂਰ ਕਹਿੰਦੇ ਨੇ ਵੀ ਜਿਹੜੀ ਇਸਤਰੀ ਹੰਕਾਰ ਵਿੱਚ ਹੀ ਗਲੀ ਰਹੇ, ਸਹੁਰੇ ਘਰ ਆਣ ਕੇ ਵੀ ਪੇਕਿਆਂ ਦਾ ਬੜਾ ਮਾਣ ਕਰਦੀ ਹੈ, ਪੇਕਿਆਂ ਦੀ ਜਾਇਦਾਦ ਦਾ ਮਾਣ ਬੜਾ ਕਰਦੀ ਹੈ। ਸਾਡੀਆਂ ਬੱਚੀਆਂ ਧੀਆਂ ਬੜੇ ਧਿਆਨ ਨਾਲ ਸੁਣ ਗੁਰੂ ਸਾਹਿਬ ਦਾ ਇਹ ਬਚਨ। ਮਹਾਰਾਜ ਕਹਿੰਦੇ ਨੇ ਬੀਬਾ ਪੁੱਤਰ ਸਹੁਰੇ ਘਰ ਜਾ ਕੇ ਪੇਕਿਆਂ ਦਾ ਮਾਣ ਨਹੀਂ ਕਰੀਦਾ ਹੁੰਦਾ, ਉੱਥੇ ਪਿਛਲਿਆਂ ਦੀ ਜਾਇਦਾਦ ਦਾ ਮਾਣ ਨਹੀਂ ਕਰੀਦਾ, ਉੱਥੇ ਜੋਬਨ ਦਾ, ਉੱਥੇ ਰੂਪ ਦਾ, ਉੱਥੇ ਸੁਹੱਪਣ ਦਾ ਮਾਣ ਨਹੀਂ ਕਰਨਾ ਚਾਹੀਦਾ। ਜਿਹੜੀ ਫਿਰ ਇਸਤਰੀ ਸਹੁਰੇ ਘਰ ਜਾ ਕੇ ਹੰਕਾਰ ਕਰੇ ਤੇ ਹੰਕਾਰ ਵਿੱਚ ਹੀ ਗਲ ਜਾਏ, ਮਹਾਰਾਜ ਕਹਿੰਦੇ ਨੇ ਮੈਂ ਮਤ ਜੂਬੁਣ ਗੁਰ ਬਗਾਲੇ। ਜਿਹੜੀ ਹੰਕਾਰ ਵਿੱਚ ਸੜੀ ਰਹੇ ਉਹਦੀ ਹਾਲਤ ਪਤਾ ਕਿੱਦਾਂ ਦੀ ਹੁੰਦੀ ਹੈ। ਜਿਵੇਂ ਕੋਈ ਸ਼ਰਾਬੀ ਬੰਦਾ ਸ਼ਰਾਬ ਦੇ ਨਸ਼ੇ 'ਚ ਮਸਤ ਹੋ ਜੇ ਤਾਂ ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਰ ਰਿਹਾ। ਮਹਾਰਾਜ ਕਹਿੰਦੇ ਨੇ ਹੰਕਾਰ ਵਿੱਚ ਜਿਹੜੀ ਗਲ ਜਾਏ, ਦੁੱਧ ਥਣੀ ਨ ਆਵੇ। ਬਾਬਾ ਨਾਨਕ ਜੀ ਕਹਿੰਦੇ ਨੇ ਬੀਬਾ ਤੈਨੂੰ ਸੁਹਾਗ ਭਾਗ ਵਾਲੀ ਅਵਸਥਾ ਪ੍ਰਾਪਤ ਨਹੀਂ ਹੋਣੀ, ਪਤੀ ਨੇ ਖੁਸ਼ ਨਹੀਂ ਹੋਣਾ। ਹੰਕਾਰ ਜਿਹੜੀ ਇਸਤਰੀ ਆ ਪਤੀ ਦਾ ਮਿਲਾਪ ਨਹੀਂ ਹੋ ਸਕਦਾ। ਇਸੇ ਕਰਕੇ ਹਜ਼ੂਰ ਕਹਿੰਦੇ ਨੇ ਮਰੇਹ ਸਵੇ ਜਨ, ਇਹ ਹਉਮੈ ਵਿਖਿਆ ਜਿਨ ਹਰ ਪਰ ਮਿਲ ਨਾ ਦਿੱਤੀ ਆ। ਬੜੇ ਧਿਆਨ ਨਾਲ ਸੁਣਨਾ, ਸਾਡੇ ਸਾਰਿਆਂ ਲਈ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਓਏ ਇਸ ਹਉਮੈ ਨੂੰ ਮਾਰੋ, ਕਿਸੇ ਤਰ੍ਹਾਂ ਮਾਰੋ। ਇਹ ਜਿਹੜੀ ਹਉਮੈ ਹੈ ਇਹ ਲੋਕਾਂ ਵਿੱਚ ਵੀ ਵਿੱਥ ਪਾਉਂਦੀ ਹੈ ਤੇ ਰੱਬ ਨਾਲੋਂ ਵੀ ਵਿੱਥ ਪਾਉਂਦੀ ਹੈ। ਦੇਹ ਕੰਚਨ ਵੇ ਵੰਨੀਆਂ, ਬਾਬਾ ਨਾਨਕ ਜੀ ਕਹਿੰਦੇ ਉਹ ਸੋਨੇ ਵਰਗੀ ਕਾਇਆ ਸੀ ਸਾਡੀ। ਦੇਹ ਕੰਚਨ ਵੇ ਵੰਨੀਆਂ ਇਨ ਹਉਮੈ ਮਾਰ ਵੇ ਗੁੱਤੀਆਂ। ਇਸ ਹਉਮੈ ਨੇ ਬੇੜਾ ਗਰਕ ਕਰ ਦਿੱਤਾ ਸੋਨੇ ਵਰਗੀ ਕਾਇਆ ਦਾ। ਪਰ ਹਜ਼ੂਰ ਕਹਿੰਦੇ ਨੇ ਜਾਨ ਨਾਨਕ ਗੁਰਮੁਖ ਉਬਰੇ। ਜਿਹੜੇ ਗੁਰਮੁਖ ਨੇ ਇਸ ਹਉਮੈ ਤੋਂ ਬਚ ਜਾਂਦੇ ਨੇ। ਕਿਵੇਂ ਬਚਦੇ ਨੇ? ਮਹਾਰਾਜ ਕਹਿੰਦੇ ਨੇ ਗੁਰ ਸ਼ਬਦੀ ਹਉਮੈ ਛੁਟਿਆ। ਉਹ ਭਾਈ ਗੁਰੂ ਦੇ ਸ਼ਬਦ ਨਾਲ ਜੁੜੋ ਤੇ ਇਸ ਹਉਮੈ ਤੋਂ ਬਚੋ। ਇਹ ਰੱਬ ਨਾਲ ਨਹੀਂ ਮਿਲ ਦਿੰਦੀ ਸਾਨੂੰ। ਤੇ ਹਜ਼ੂਰ ਕਹਿੰਦੇ ਨੇ ਭਾਈ ਜਿਹੜੀ ਇਸਤਰੀ ਹਰ ਵੇਲੇ ਗੁਮਾਨ ਵਿੱਚ ਹੀ ਰਹਿੰਦੀ ਆ ਉਹ ਫਿਰ ਸੁਹਾਗ ਭਾਗ ਵਾਲੀ ਨਹੀਂ ਹੁੰਦੀ। ਨਾਨਕ ਸਾ ਧਨ ਮਿਲੇ ਮਿਲਾਈ। ਹੇ ਨਾਨਕ ਜਿਹਦੇ ਤੇ ਰੱਬ ਕਿਰਪਾ ਕਰਦੇ ਸਜੀਵ ਇਸਤਰੀ ਨੂੰ ਆਪਣੇ ਨਾਲ ਮੇਲ ਲੈਂਦਾ। ਬਿਨ ਪਿਰ ਨੀਂਦ ਨ ਆਵੇ। ਪਰ ਪ੍ਰਭੂ ਤੋਂ ਬਿਨਾਂ ਕਿੱਥੇ ਆਉਂਦੀ ਹੈ ਇਹਨੂੰ ਨੀਂਦਰ। ਮੁੰਦ ਨਿਮਾਨੜੀਆਂ ਜੀਓ। ਇਹ ਜਿਹੜੀ ਵਿਚਾਰੀ ਇਸਤਰੀ ਆ ਨਾ ਪਤੀ ਤੋਂ ਬਿਨਾਂ, ਮੈਨੂੰ ਮਾਫ ਕਰਨਾ ਗੱਲ ਮਹਾਰਾਜ ਨੇ ਉਹੀ ਕੀਤੀ ਹੈ। ਜਿਹੜਾ ਬੰਦਾ ਸਭ ਕੁਝ ਹੁੰਦਿਆਂ ਰੱਬ ਨਾਲੋਂ ਦੂਰੀ ਬਣਾਈ ਰੱਖਦਾ। ਭਾਈ ਵੀਰ ਸਿੰਘ ਦਾ ਇੱਕ ਬਚਨ ਹੈ। ਭਾਈ ਵੀਰ ਸਿੰਘ ਕਹਿੰਦੇ ਨੇ ਰੱਬ ਸਾਡੇ ਤੋਂ ਦੂਰ ਨਹੀਂ ਜਾਂਦਾ, ਅਸੀਂ ਰੱਬ ਤੋਂ ਦੂਰ ਜਾਂਦੇ ਹਾਂ। ਉਹ ਤੇ ਅੰਗ ਸੰਗ ਹੈ ਸਾਡੇ। ਗੁਰੂ ਦੂਰ ਨਹੀਂ ਜਾਂਦਾ, ਅਸੀਂ ਗੁਰੂ ਤੋਂ ਦੂਰ ਜਾਂਦੇ ਹਾਂ। ਜਦੋਂ ਮੁਕਤਸਰ ਸਾਹਿਬ ਦੀ ਜੰਗ ਹੋਈ ਨਾ, ਮੁਕਤਸਰ ਸਾਹਿਬ ਦੀ ਜੰਗ, ਭਾਈ ਮਹਾਂ ਸਿੰਘ ਦਾ ਸੀਸ ਪਿਆ ਸੀ ਮਹਾਰਾਜ ਦੀ ਗੋਦੀ ਵਿੱਚ। ਮਹਾਰਾਜ ਕਹਿੰਦੇ ਜੋ ਮੰਗਣਾ ਮੰਗ ਲਾ, ਮੈਂ ਮਹਾਂ ਸਿੰਘਾ ਤੇਰੇ ਤੇ ਪੂਰਨ ਤੌਰ ਤੇ ਖੁਸ਼। ਭਾਈ ਮਹਾਂ ਸਿੰਘ ਕਹਿੰਦਾ ਮਹਾਰਾਜ ਜੇ ਖੁਸ਼ ਹੋਣਾ, ਉਹ ਜਿਹੜਾ ਟੁਕੜਾ ਸੀ ਨਾ ਕਾਗਜ਼ ਦਾ ਬੇਦਾਵਾ, ਉਹ ਕੱਢੋ ਪ੍ਰਭ ਜੀ ਕਾਗਜ਼ ਲਿਖੋ ਨਿਕਾਰਾ, ਹਮਰਾ ਲਿਖਿਓ ਜੇਬ ਜੋ ਡਾਰਾ। ਆ ਜਿਹੜਾ ਸਾਡਾ ਲਿਖਿਆ ਹੋਇਆ ਕਾਗਜ਼ ਅਜੇ ਤੱਕ ਤੁਸੀਂ ਜੇਬ 'ਚ ਪਾਈ ਫਿਰਦੇ ਹੋ ਨਾ, ਉਹ ਕਾਗਜ਼ ਕੱਢੋ। ਮਹਾਰਾਜ ਜੀ ਮੇਰੇ ਸਾਹਮਣੇ ਉਹਨੂੰ ਪਾੜ ਦਿਓ। ਮਹਾਰਾਜ ਨੇ ਉਹ ਬੇਦਾਵਾ ਕੱਢਿਆ।
ਮਹਾਰਾਜ ਨੇ ਉਹਦੇ ਸਾਹਮਣੇ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੀਨੇ ਨਾਲ ਲਾ ਕੇ ਕਹਿਣ ਲੱਗੇ, ਪੁੱਤਰ ਮਹਾਸਿਆਂ, ਪੁੱਤਰ ਤੂੰ ਵਰਾਗੀ ਕੋ ਹੁੰਨਾ। ਮਹਾਰਾਜ ਕਹਿੰਦੇ ਨੇ, ਪੁੱਤਰ ਮਹਾਸਿਆਂ, ਤੁਸਾਂ ਹੀ ਕਿਹਾ ਸੀ ਨਾ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਮਹਾਂ ਸਿੰਘ ਪੁੱਤਰੋ, ਮੈਂ ਤੇ ਇੱਕ ਵਾਰੀ ਵੀ ਨਹੀਂ ਸੀ ਕਿਹਾ ਵੀ ਮੈਂ ਤੁਹਾਡਾ ਗੁਰੂ ਨਹੀਂ ਤੇ ਤੁਸੀਂ ਮੇਰੇ ਸਿੱਖ ਨਹੀਂ। ਪੁੱਤਰੋ, ਤੁਸੀਂ ਕਿਹਾ ਸੀ ਵੀ ਤੂੰ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਮੈਂ ਤੇ ਇੱਕ ਵਾਰੀ ਵੀ ਨਹੀਂ ਸੀ ਕਿਹਾ ਵੀ ਮੈਂ ਤੁਹਾਡਾ ਗੁਰੂ ਨਹੀਂ ਤੇ ਤੁਸੀਂ ਮੇਰੇ ਸਿੱਖ ਨਹੀਂ। ਪੁੱਤਰੋ, ਬਦਾਵਾ ਤੇ ਮੈਂ ਉਦਣ ਹੀ ਪਾੜ ਦਿੱਤਾ ਜਿੱਦਣ ਤੁਸੀਂ ਉਧਰੋਂ ਮੇਰੇ ਵੱਲ ਚੱਲ ਪਏ। ਇਹ ਤੇ ਕਾਗਜ਼ ਸੀ ਬਾਤ। ਮਹਾਰਾਜ ਇਸ ਤਰ੍ਹਾਂ ਮਹਾਰਾਜ ਨੇ ਚੀਰ ਕੇ ਬਦਾਵਾ ਹਵਾ ਚ ਉਡਾਤਾ। ਅਸੀਂ ਕਿਸੇ ਧਰਮ ਦੀ ਵਿਰੋਧਤਾ ਨਹੀਂ ਕਰਦੇ। ਮੈਂ ਨਾਮ ਕੀ ਲੈਣਾ, ਇੱਕ ਪੈਗੰਬਰ 13 ਚੇਲੇ, ਇੱਕ ਨੇ 30 ਰੁਪਏ ਲੈ ਕੇ ਗ੍ਰਿਫਤਾਰ ਕਰਵਾਇਆ, ਦੂਜੇ 12 ਛੱਡ ਕੇ ਅਸੀਂ ਨਹੀਂ ਜਾਣਦੇ ਕੌਣ। ਤੇ ਹਜ਼ਰਤ ਈਸਾ ਜੀ ਕਹਿੰਦੇ ਨੇ ਕਿਆਮਤ ਆਏਗੀ, ਮੁਰਦਿਆਂ ਨੂੰ ਉਠਾ ਲਾਂਗੇ। ਜਿੱਥੇ ਮੈਂ ਆਪਣੇ ਬਾਕੀ ਪਿੱਛੇ ਤੁਰਨ ਵਾਲੇ ਮੁਕਤ ਕਰਾਂਗਾ ਨਾ, ਉੱਥੇ ਨਾ 12 ਨੂੰ ਵੀ ਮੁਕਤ ਕਰ ਦਿਆਂਗੇ। ਕਿੰਨੇ ਸਾਲ ਹੋ ਗਏ? 2024 ਸਾਲ ਹੋ ਗਏ। ਉਹ ਉਡੀਕਦੇ ਨੇ ਕਿੰਨੇ ਆਉਣਾ ਤੇ ਕਿਹਦੀਆਂ ਗੱਲਾਂ। ਸਾਧ ਸੰਗਤ, ਚਮਕੌਰ ਸਾਹਿਬ ਦਾ ਜੰਗ ਕਦੋਂ ਹੋਇਆ? 1704 ਵਿੱਚ। ਐਡੀ ਵੱਡੀ ਸੱਟ ਕਿਸੇ ਹੋਰ ਕੌਮ ਨੂੰ ਲੱਗੀ ਹੁੰਦੀ ਤੇ ਖਤਮ ਹੋ ਜਾਂਦੀ ਜਾਂ ਸਦੀਆਂ ਤੱਕ ਨਾ ਉੱਠ। ਮਹਾਰਾਜ ਦੇ ਨਾਲ 3 ਬਹਾਦਰ ਰਹਿ ਗਏ, ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਧਰਮ। ਸਾਧ ਸੰਗਤ, 4.5 ਮਹੀਨਿਆਂ ਬਾਅਦ ਹੀ ਮਹਾਰਾਜ ਨੇ ਉਸੇ ਹਕੂਮਤ ਨੂੰ ਹਾਰ ਦਿੱਤੀ। ਐਡਾ ਬੋਝਦਿਲ ਨਿਕਲਿਆ ਵਜ਼ੀਰ ਖਾਂ ਵੀ ਆਪਣੇ ਜ਼ਖਮੀ ਪਏ ਬੰਦੇ ਮੁਕਤਸਰ ਦੇ ਜੰਗ ਵਿੱਚ ਹੀ ਛੱਡ ਗਿਆ। ਹਜ਼ੂਰ ਨੇ ਉਹਨਾਂ ਨੂੰ ਕੋਈ ਮੁਸਲਮਾਨ ਬੁਲਾ ਕੇ, ਕੋਈ ਸੱਜਣ ਮਿੱਤਰ ਵੀ ਮਹਾਰਾਜ ਦੇ ਬੜੇ ਸੀ ਮੁਸਲਮਾਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਬਰਾਂ ਪਟਾ ਕੇ ਉਹਨਾਂ ਦੀਆਂ ਅੰਤਮ ਨਮਾਜ਼ਾਂ ਪੜ੍ਹਾਈਆਂ, ਉਹਨਾਂ ਨੂੰ ਦਫਨ ਕਰਵਾਇਆ, ਜਿਹੜੇ ਜ਼ਖਮੀ ਹੋਏ ਉਹਨਾਂ ਦਾ ਇਲਾਜ ਕਰਵਾਇਆ। ਸਾਧ ਸੰਗਤ, ਜੇ ਕਿਸੇ ਨੇ ਬਦਾਵਾ ਦੇ ਵੀ ਦਿੱਤਾ ਤੇ 4.5 ਮਹੀਨਿਆਂ ਬਾਅਦ ਹਜ਼ੂਰ ਨੇ ਪਾੜ ਕੇ ਲੀਰੋ ਲੀਰ ਕਰਕੇ ਹਵਾ ਚ ਉਡਾਤਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਨੇ, ਜਿਹੜੀ ਵਿਚਾਰੀ ਜੀਵ ਇਸਤਰੀ ਆ ਨਾ, ਇਹ ਆਪਣੇ ਭਾਈ ਪਤੀ ਨਾਲ ਮਿਲਣ ਤੋਂ ਬਿਨਾਂ ਵਿਚਾਰੀ ਨਿੰਮੋ ਝੂਣੀ ਰਹਿੰਦੀ ਹੈ, ਬੜੀ ਠੱਠੇ ਜਿਹੇ ਦਿਲ ਵਾਲੀ ਰਹਿੰਦੀ ਹੈ। ਕਿਉਂ ਸੁਖ ਪਾਵੇਗੀ ਬਿਨ ਉਤਾਰੇ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਭਾਈ ਕਿਵੇਂ ਸੁਖ ਮਿਲ ਸਕਦਾ ਉਹਨੂੰ? ਬੜੇ ਧਿਆਨ ਨਾਲ ਸੁਣਿਓ ਬਾਬਾ ਜੀ। ਮਹਾਰਾਜ ਕਹਿੰਦੇ ਕਿਵੇਂ ਸੁਖ ਮਿਲ ਸਕਦਾ ਕਿਸੇ ਇਸਤਰੀ ਨੂੰ ਪਤੀ ਦੇ ਮਿਲਾਪ ਤੋਂ ਬਿਨਾਂ? ਵੈਸੇ ਇਹਦੇ ਸੌਖੇ ਅਰਥ ਇਹੀ ਬਣਦੇ ਨੇ, ਕਿਉਂ ਸੁਖ ਪਾਵੇਗੀ ਬਿਨ ਉਤਾਰੇ। ਜਿੰਨਾ ਚਿਰ ਉਹ ਗਲੇ ਨਾਲ ਨਾ ਲਾਵੇ, ਭਾਵ ਕਿ ਸੁਲ੍ਹਾ ਸਫਾਈ ਨਾ ਹੋਵੇ, ਘਰ ਵਿੱਚ ਮੇਲ ਮਿਲਾਪ ਨਾ ਹੋਵੇ, ਤੇ ਫਿਰ ਵਿਛੋੜਾ ਉਹਨੂੰ ਨਹੀਂ ਕਹਿੰਦੇ ਵੀ ਪਤੀ ਪਰਦੇਸ ਹੋਏ। ਮਹਾਰਾਜ ਕਹਿੰਦੇ ਵਿਛੋੜਾ ਉਹਨੂੰ ਕਹਿੰਦੇ ਨੇ ਏਕਾ ਸੇਜ ਪੈ ਮਿਲਨ ਰਹਿਰਾ। ਰਹਿੰਦੇ ਵੀ ਇਕੱਠੇ ਨੇ ਪਰ ਆਪਸ ਚ ਮਿਲਾਪ ਕੋਈ ਨਹੀਂ। ਬਾਬਾ ਫਰੀਦ ਸਾਹਿਬ ਕੋਇਲ ਨੂੰ ਪੁੱਛਦੇ ਨੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਵਾਜ਼ ਤੇਰੀ ਬੜੀ ਸੁੰਦਰ ਹੈ, ਤੂੰ ਮੈਨੂੰ ਵੀ ਆਪਣੇ ਵੱਲ ਖਿੱਚ ਲਿਆ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਉਹ ਅੱਗੋਂ ਜਵਾਬ ਆਇਆ, ਆਪਣੀ ਪ੍ਰੀਤਮ ਕਹਿ ਹੋਂ ਬਿਰਹਿ ਜਾਲੀ। ਫਰੀਦਾ ਮੈਂ ਆਪਣੇ ਪ੍ਰੀਤਮ ਦੇ ਵਿਛੋੜੇ ਚ ਸੜ ਸੜ ਕੇ ਕੋਲਾ ਹੋ ਗਈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਪਿਰੇ ਬਿਹੂਣ ਕਥੇ ਸੁਖ ਪਾਏ। ਕਿੱਥੇ ਸੁਖ ਮਿਲਦਾ ਹੈ ਆਪਣੇ ਮਾਲਕ ਤੋਂ ਬਿਨਾਂ? ਬਾਬਾ ਫਰੀਦ ਜੀ ਵੀ ਕਹਿਣਾ ਚਾਹੁੰਦੇ ਨੇ, ਓਏ ਰੱਬ ਨਾਲ ਜੁੜੋ, ਆਪਣੇ ਗੁਰੂ ਨਾਲ ਜੁੜੋ। ਨਹੀਂ ਜੇ ਸੁਖ ਮਿਲਦਾ ਜਿੰਨਾ ਚਿਰ ਰੱਬ ਘਰ ਵਿੱਚ ਨਾ ਹੋਵੇ। ਜਿਸ ਘਰ ਵਸਿਆ ਕੰਤ ਸਾ ਵਡ ਭਾਗਣੇ। ਭਾਈ ਉਹੀ ਵੱਡੇ ਭਾਗਾਂ ਵਾਲੇ ਨੇ ਜਿਸ ਘਰ ਵਿੱਚ ਰੱਬ ਵਸਦਾ ਹੈ। ਨਾ ਬਿਨ ਘਰ ਵਾਸ ਨਾਹੀ, ਪੁੱਛੋ ਸਖੀ ਸੁਹੇਲੀਆ। ਮਹਾਰਾਜ ਕਹਿੰਦੇ ਨੇ ਆਪਣੇ ਮਾਲਕ ਤੋਂ ਬਿਨਾਂ ਘਰ ਵਿੱਚ ਵਸੇਬਾ ਵੀ ਨਹੀਂ ਮਿਲਦਾ।
ਪੁੱਛੋ ਸਖੀ ਸਹੇਲੀਆਂ, ਜਾ ਕੇ ਆਪਣੀਆਂ ਸਹੇਲੀਆਂ ਨੂੰ ਪੁੱਛੋ। ਭਾਵ ਕਿ ਉਹ ਵੀ ਇਹੀ ਜਵਾਬ ਦੇਣਗੀਆਂ ਵੀ ਪਤੀ ਤੋਂ ਬਿਨਾਂ ਘਰ ਵਿੱਚ ਵਾਸਾ ਨਹੀਂ ਮਿਲਦਾ। ਹਜ਼ੂਰ ਕਹਿੰਦੇ ਨੇ ਬਿਨ ਨਾਮ ਪ੍ਰੀਤ ਪਿਆਰ ਨਾਹੀ। ਸਾਧ ਸੰਗਤ ਬੜੇ ਧਿਆਨ ਨਾਲ ਸੁਣਨਾ। ਹਜ਼ੂਰ ਕਹਿੰਦੇ ਨੇ ਪ੍ਰੇਮ ਭਗਤ ਹੋਵਤ ਨਿਸਤਾਰਾ। ਪ੍ਰੇਮ ਤੋਂ ਬਿਨਾ ਪਾਰ ਉਤਾਰਾ ਨਹੀਂ ਹੋਣਾ। ਕਿਤੇ ਹਜ਼ੂਰ ਕਹਿੰਦੇ ਨੇ ਪ੍ਰੇਮ ਭਗਤ ਨਾਨਕ ਗੁਣ ਗਾਓ। ਭਾਈ ਪ੍ਰੇਮ ਦੇ ਨਾਲ ਉਹਦੇ ਗੁਣ ਗਾਇਆ ਕਰੋ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਪਿਆਰੇ ਹਰ ਬਿਨ ਪ੍ਰੇਮ ਨ ਖੇਲਸਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਤੇ ਭਈ ਪ੍ਰੇਮ ਦੀ ਖੇਡ ਆਪਣੇ ਪਰਮੇਸ਼ਰ ਨਾਲ ਹੀ ਖੇਡਦਾ। ਪਰ ਖੇਡ ਹੈ ਔਖੀ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੇ ਮੇਰੇ। ਇਹ ਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ। ਮਹਾਰਾਜ ਕਹਿੰਦੇ ਨੇ ਭਾਈ ਪ੍ਰੇਮ ਤੋਂ ਬਿਨਾ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਉਹ ਰੱਬ ਨਹੀਂ ਮਿਲਦਾ। ਸਾਚ ਕਹੂੰ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਹਜ਼ੂਰ ਨੇ ਜਿਹੜਾ ਤੱਤ ਕੱਢਿਆ ਨਾ, ਜੋ ਸਾਨੂੰ ਸਮਝਾਉਣਾ ਚਾਹੁੰਦੇ ਨੇ, ਮਹਾਰਾਜ ਕਹਿੰਦੇ ਬਿਨ ਨਾਮ ਪ੍ਰੀਤ ਪਿਆਰ ਨਹੀਂ। ਪਿਆਰ ਤੋਂ ਬਿਨਾ ਰੱਬ ਨਹੀਂ ਮਿਲਦਾ, ਪ੍ਰੇਮ ਤੋਂ ਬਿਨਾ ਰੱਬ ਨਹੀਂ ਮਿਲਦਾ। ਤੇ ਜਿੰਨਾ ਚਿਰ ਨਾਮ ਨਹੀਂ ਜਪਦੇ ਰੱਬ ਨਾਲ ਪ੍ਰੇਮ ਨਹੀਂ ਬਣਦਾ। ਰੂੜੋ ਮਨ ਹਰ ਰੰਗੋ ਲੋੜ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਉਸ ਤਰ੍ਹਾਂ ਦੇ ਹਰ ਬੰਦਾ ਹੀ ਚਾਹੁੰਦਾ ਮੈਨੂੰ ਉਹਦੇ ਪ੍ਰੇਮ ਦਾ ਰੰਗ ਚੜ੍ਹ ਜੇ, ਪਰ ਗੱਲ ਹੀ ਹਰ ਨਿਹੁ ਨਾ ਹੋਏ ਗੱਲੀ ਬਾਤੀ ਭਾਈ ਰੰਗ ਨਹੀਂ ਚੜ੍ਹਦਾ। ਮਹਾਰਾਜ ਕਹਿੰਦੇ ਨੇ ਬਿਨ ਨਾਮ ਪ੍ਰੀਤ ਪਿਆਰ ਨਾਹੀ। ਵਸੇ ਸਾਚ ਸੁਹੇਲੀਆ। ਹੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਰਹਿਣ ਵਾਲਾ ਰੱਬ ਵਸਦੇ ਉਹ ਫਿਰ ਸੁਖੀ ਰਹਿੰਦੀਆਂ ਨੇ। ਸੱਚ ਮਨ ਸੱਜਣ ਸੰਤੋਖ ਮੇਲਾ। ਜਿਨ੍ਹਾਂ ਦੇ ਹਿਰਦੇ ਵਿੱਚ ਉਹ ਸਦਾ ਰਹਿਣ ਵਾਲਾ ਸੱਜਣ ਵਸ ਜੇ ਉਹਨਾਂ ਦੀ ਜ਼ਿੰਦਗੀ ਫਿਰ ਸੰਤੋਖ ਵਾਲੀ ਹੋ ਜਾਂਦੀ ਹੈ। ਉਹਨਾਂ ਦਾ ਮੇਲ ਪ੍ਰਭੂ ਨਾਲ ਹੋ ਜਾਂਦਾ। ਗੁਰਮਤੀ ਸੋ ਜਾਣਿਆ। ਗੁਰੂ ਦੀ ਮੱਤ ਲੈ ਕੇ ਉਹਨੂੰ ਰੱਬ ਨੂੰ ਪਛਾਣ ਲੈਂਦੇ ਨੇ। ਨਾਨਕ ਨਾਮ ਨ ਛੋੜੈ ਥਾ ਧਨ। ਹੇ ਨਾਨਕ ਫਿਰ ਉਹ ਨਾਮ ਦਾ ਪੱਲਾ ਨਹੀਂ ਛੱਡਦੇ। ਨਾਮ ਸਹਿਜ ਸਮਾਣੀਐ। ਪਰਮੇਸ਼ਰ ਦਾ ਨਾਮ ਜਪ ਕੇ ਫਿਰ ਉਹਦੇ ਵਿੱਚ ਸਮਾ ਜਾਂਦੇ ਨੇ। ਮਿਲ ਸਖੀ ਸਹੇਲੜਿਓ ਹਮ ਪਿਰ ਰਵੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਹੇ ਮੇਰੇ ਸਤ ਸੰਗੀ ਜਨੋ, ਭਾਈ ਆਓ ਰਲ ਕੇ ਬੈਠੀਏ ਤੇ ਆਪਣੇ ਮਾਲਕ ਨੂੰ ਯਾਦ ਕਰੀਏ। ਗੁਰਪੁਰਸ਼ ਲਿਖੂੰਗੀ ਜੀਓ ਸ਼ਬਦ ਸੁਨੇਹਾ। ਫਿਰ ਮੈਂ ਆਪਣੇ ਗੁਰੂ ਨੂੰ ਪੁੱਛਾਂਗੀ ਵੀ ਰੱਬ ਕਿਵੇਂ ਮਿਲਦਾ। ਫਿਰ ਮੇਰਾ ਗੁਰੂ ਆਖੇਗਾ ਰੱਬ ਸ਼ਬਦ ਦੇ ਰਾਹੀਂ ਮਿਲਦਾ। ਤੇ ਮਹਾਰਾਜ ਬਾਬਾ ਨਾਨਕ ਜੀ ਕਹਿੰਦੇ ਫਿਰ ਸ਼ਬਦ ਦੇ ਰਾਹੀਂ ਸਖੀ ਮਹਾਰਾਜ ਕਹਿੰਦੇ ਨੇ ਫਿਰ ਮੈਂ ਸ਼ਬਦ ਦੇ ਰਾਹੀਂ ਉਹਨੂੰ ਫਿਰ ਮੈਂ ਸੁਨਾਹ ਕੱਲਾਂਗੀ। ਲਿਖੂੰਗੀ ਜੀਓ ਸ਼ਬਦ ਸੁਨਿਆ। ਮੈਂ ਸ਼ਬਦ ਦੇ ਨਾਲ ਸੁਨਾਹ ਕੱਲਾਂਗੀ ਵੀ ਮੈਨੂੰ ਕਿਵੇਂ ਮਿਲੇਗਾ। ਫਿਰ ਮੇਰਾ ਗੁਰੂ ਆਖੇਗਾ ਉਹ ਮਿਲਦਾ ਸ਼ਬਦ ਦੇ ਰਾਹੀਂ। ਸ਼ਬਦ ਸਾਚਾ ਗੁਰ ਦਿਖਾਇਆ। ਗੁਰੂ ਸਾਹਿਬ ਜੀ ਸ਼ਬਦ ਦੇ ਨਾਲ ਜੋੜ ਕੇ ਫਿਰ ਰੱਬ ਵਿਖਾਲ ਦਿੰਦੇ ਨੇ। ਮਨਮੁਖੀ ਪੁਛਤਾਣੀਆਂ। ਜਿਹੜੀਆਂ ਇਸਤਰੀਆਂ ਭਾਵ ਕਿ ਜਿਹੜੇ ਬੰਦੇ ਮਨ ਦੇ ਪਿੱਛੇ ਤੁਰੇ ਰਹਿੰਦੇ ਨੇ ਫਿਰ ਉਹ ਪਛਤਾਉਂਦੇ ਰਹਿੰਦੇ ਨੇ। ਨਿਕਸ ਜਾਤੋ ਮਹਾਰਾਜ ਕਹਿੰਦੇ ਰਹੇ ਅਸਤਰ। ਇਹ ਜਿਹੜਾ ਮਨ ਹਰ ਵੇਲੇ ਬਾਹਰ ਭਟਕਦਾ ਫਿਰਦਾ ਸੀ ਨਾ, ਹੁਣ ਇੱਥੇ ਹੋ ਗਿਆ। ਜਾਮ ਸਾਚ ਪਛਾਣਿਆ। ਜਦੋਂ ਇਹਨੂੰ ਰੱਬ ਦੀ ਪਛਾਣ ਆਈ ਫਿਰ ਇਹਦਾ ਮਨ ਟਿਕ ਜਾਂਦਾ ਹੈ। ਸਾਚ ਕੀਮਤ ਸਦਾ ਨਉ ਤਨ। ਸ਼ਬਦ ਨਿਹੁ ਨਿਬੇਲੋ। ਜਿਹੜੀ ਰੱਬ ਵੱਲੋਂ ਮੱਤ ਮਿਲਦੀ ਹੈ ਫਿਰ ਉਹ ਮੱਤ ਨਵੀਂ ਰਹਿੰਦੀ ਹੈ। ਇਹ ਫਿਰ ਜਿਹੜਾ ਸ਼ਬਦ ਦਾ ਪ੍ਰਤਾਪ ਹੈ ਸਦਾ ਨਵਾਂ ਹੀ ਰਹਿੰਦਾ। ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀਓ। ਮਹਾਰਾਜ ਕਹਿੰਦੇ ਨੇ ਹੇ ਨਾਨਕ ਜੀ ਦੇ ਤੇ ਉਹ ਮਿਹਰਬਾਨ ਹੋ ਜੇ, ਉਹਦੀ ਨਜ਼ਰ ਹੋ ਜਾਏ, ਉਹ ਸਹਿਜ ਵਿੱਚ ਟਿਕਿਆ ਰਹਿੰਦਾ, ਉਹਨੂੰ ਮਿਲ ਜਾਂਦਾ। ਆਓ ਮੇਰੇ ਸਤ ਸੰਗੀ ਜਣੋ ਉਹਨੂੰ ਯਾਦ ਕਰੀਏ। ਹਜ਼ੂਰ ਕਹਿੰਦੇ ਨੇ ਮੇਰੀ ਉਸ਼ ਪੁੰਨੀ ਜੀਓ ਹਮ ਕਰ ਸਾਜਣ ਆਇਆ। ਮੇਰੀ ਇੱਛਾ ਪੂਰੀ ਹੋ ਗਈ। ਹੁਣ ਮੇਰਾ ਸੱਜਣ ਘਰ ਵਿੱਚ ਆ ਗਿਆ ਹੈ। ਕਿਹੜਾ ਸੱਜਣ ਸਾਧ ਸੰਗਤ? ਉਹ ਪਰਮੇਸ਼ਰ ਨੂੰ ਸੱਜਣ ਕਿਹਾ ਗਿਆ ਹੈ।
ਮਹਾਰਾਜ ਕਹਿੰਦੇ ਨੇ ਮਿਲਵਰ ਨਾਰੀ ਮੰਗਲ ਗਾਇਆ। ਜਿਹੜੀ ਜੀਵ ਇਸਤਰੀ ਭਾਈ ਆਪਣੇ ਮਾਲਕ ਨਾਲ ਮਿਲ ਜੇ ਫਿਰ ਖੁਸ਼ੀ ਦੇ ਗੀਤ ਗਾਉਂਦੀ ਰਹਿੰਦੀ ਹੈ। ਗੁਣ ਗਾਏ ਮੰਗਲ ਪ੍ਰੇਮ ਰਿਆਸੀ, ਉਹ ਗੁਣ ਗਾਉਂਦੀ ਰਹਿੰਦੀ ਹੈ ਖੁਸ਼ੀ ਦੇ, ਪ੍ਰੇਮ 'ਚ ਖਿੜੀ ਰਹਿੰਦੀ ਹੈ। ਮੁੰਦ ਮਨ ਉਮਾਹੋ, ਉਹ ਜੀਵ ਇਸਤਰੀ ਦੇ ਮਨ ਵਿੱਚ ਚਾਅ ਹੀ ਚੜਿਆ ਰਹਿੰਦਾ। ਫਿਰ ਸਾਜਣ ਰਹੰਸੇ ਦੁਸ਼ਟ ਵਿਆਪੇ, ਜਿਹੜੇ ਬੰਦੇ ਕੋਲ ਗੁਣ ਹੁੰਦੇ ਨੇ ਫਿਰ ਉਹ ਗੁਣ ਦਿਨੋਂ ਦਿਨ ਪ੍ਰਫੁੱਲਤ ਹੁੰਦੇ ਨੇ, ਵਧਦੇ ਜਾਂਦੇ ਨੇ। ਜਿਹੜੇ ਵਿਕਾਰ ਨੇ ਇਹ ਦੁਸ਼ਟ ਹੁੰਦੇ ਨੇ, ਦੁਸ਼ਟ ਫਿਰ ਇਹਦੇ ਦਬਾਅ ਥੱਲੇ ਆ ਜਾਂਦੇ ਨੇ। ਮਹਾਰਾਜ ਨੇ ਸਾਚ ਜਪ ਸੱਚ ਲਾਹੋ, ਹੇ ਭਾਈ ਪਰਮੇਸ਼ਰ ਦਾ ਨਾਮ ਜਪੋ ਤੇ ਲਾਹਾ ਪ੍ਰਾਪਤ ਕਰੋ। ਕਰ ਜੋੜ ਸਾ ਤਨ ਕਰੈ ਬੇਨਤੀ, ਹਜ਼ੂਰ ਕਹਿੰਦੇ ਨੇ ਉਹ ਫਿਰ ਇਸਤਰੀ ਦੋਵੇਂ ਹੱਥ ਜੋੜ ਕੇ ਹਰ ਵੇਲੇ ਬੇਨਤੀ ਕਰਦੀ ਰਹਿੰਦੀ ਹੈ ਰੱਬ ਨੂੰ। ਰਹਿਣ ਦਿਨ ਰਸ ਪਿੰਨੀਆਂ, ਦਿਨ ਰਾਤ ਉਹਦੇ ਰਸ ਵਿੱਚ ਭਿੱਜੀ ਰਹਿੰਦੀ ਹੈ। ਉਹਦੇ ਅੱਗੇ ਬੇਨਤੀ ਕਰਦੀ ਰਹਿੰਦੀ ਹੈ, ਹੇ ਪ੍ਰਭੂ ਮੈਨੂੰ ਮਿਲ। ਹਜ਼ੂਰ ਕਹਿੰਦੇ ਨਾਨਕ ਪਿਰ ਤਨ ਕਰੇ ਰਲੀਆ, ਹੇ ਨਾਨਕ ਜੀਵ ਇਸਤਰੀ ਤੇ ਪਤੀ ਜਦ ਪਰਮੇਸ਼ਰ ਜਦੋਂ ਆਪੋ 'ਚ ਮਿਲ ਜਾਂਦੇ ਨੇ ਫਿਰ ਇਹ ਆਤਮਿਕ ਆਨੰਦ ਮਾਣਦੇ ਨੇ। ਇਸ਼ ਮੇਰੀ ਪੁੰਨੀਆ, ਮੇਰੀ ਸਾਰੀ ਇੱਛਾ ਪੂਰੀ ਹੋ ਗਈ ਹੈ। ਮਨੁੱਖ ਦੀ ਰੱਬ ਦੇ ਰਾਹ ਤੇ ਤੁਰਨ ਵਾਲੇ ਦੀ ਅੰਤਮ ਇੱਛਾ ਮੈਨੂੰ ਰੱਬ ਮਿਲ ਜੇ, ਭੁੱਲ ਚੁੱਕ ਦੀ ਖਿਮਾ, ਗੁਰੂ ਕੀ ਸੰਗਤ ਬਖਸ਼ਣ ਵਾਲਾ ਧੰਨ ਗੁਰੂ ਹਰਿਕ੍ਰਿਸ਼ਨ।